हाँ जी स्टूडेंट गुड आफ्टरनून। ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ੁਭਮ ਜੈਨ ABC ਐਗਜ਼ਾਮ ਪ੍ਰੈਪ ਦੇ ਉੱਤੇ। ਅੱਜ ਆਪਾਂ ਜਿਸ ਟੌਪਿਕ ਦੀ ਗੱਲ ਕਰਾਂਗੇ ਉਹ ਹੈਗੇ ਜੀ ਆਪਣੇ ਗੁਰੂ ਸਾਹਿਬਾਨ, ਪਹਿਲੇ ਗੁਰੂ ਸਾਹਿਬਾਨ ਜਿਨ੍ਹਾਂ ਨੂੰ ਸਿੱਖ ਧਰਮ ਦੇ ਸੰਸਥਾਪਕ ਵੀ ਕਿਹਾ ਜਾਂਦਾ ਹੈ ਜੀ, ਗੁਰੂ ਨਾਨਕ ਦੇਵ ਜੀ। ਅਸਲ 'ਚ ਅਗਰ ਆਪਾਂ ਗੱਲ ਕਰੀਏ ਤਾਂ ਇਹ ਟੌਪਿਕ ਜਿਹੜਾ ਹੈਗਾ ਜੀ ਗੁਰੂ ਹਿਸਟਰੀ ਨਾਲ ਰਿਲੇਟਡ ਪੰਜਾਬ ਦੇ ਵੇਰੀਅਸ ਐਗਜ਼ਾਮਸ ਲਈ ਬਹੁਤ ਇੰਪੋਰਟੈਂਟ ਹੈ। लेकिन पंजाब का जिहड़ा सब तो इंपॉर्टेंट एग्जाम जिहदी आपां गल करदे हां दैट इज़ PCS, ठीक है, पंजाब सिविल सर्विसेज एग्जामिनेशन। उस दे विच इस टॉपिक दे उत्ते एक लॉन्ग क्वेश्चन पूछा जाता है जी 10 नंबर का, 150 वर्ड्स दे विच तुसीं राइट करना हुंदा है। गुरु साहिबान दीयां टीचिंग्स तां आपां गुरु नानक देव जी दी जिहड़ी पूरी डिटेल्ड है उन्हां दा बर्थ, उन्हां दीयां टीचिंग्स, ठीक है, उन्हां दीयां यात्रावां उहदे बारे डिटेल च एक बार डिस्कस करांगे सो दैट कि ਜਿਹੜੇ ਆਪਣੇ ਛੋਟੇ एग्जाम ਹੈਗੇ ਆ PSSSB बोर्ड वगैरह ਜਿਹੜੇ एग्जाम ਲੈਂਦੇ ਆ ਲਾਈਕ ਪਟਵਾਰੀ ਦਾ एग्जाम ਹੈਗਾ ਜੀ ਤੁਹਾਡਾ, ਹੋਰ ਕਾਫੀ ਸਾਰੇ एग्जाम ਹੈ ਉਹ ਨਾਲ ਕਵਰ ਹੋ ਜਾਣ, ਲੇਕਿਨ ਤੁਹਾਡਾ PCS ਪੁਆਇੰਟ ਆਫ ਵਿਊ ਨਾਲ ਜਿਹੜਾ ਇੱਕ ਇੰਪੋਰਟੈਂਟ ਟੌਪਿਕ ਹੈਗਾ ਉਹ ਵੀ ਤੁਹਾਡਾ ਕਵਰ ਹੋ ਜੇ। ਚਲੋ ਸਟਾਰਟ ਕਰਦੇ ਹਾਂ ਜੀ ਆਪਾਂ। ਜੇ ਆਪਾਂ ਗੱਲ ਕਰੀਏ PCS ਮੇਨਸ ਦੇ ਵਿੱਚ ਤਾਂ ਤੁਹਾਡੇ ਤੋਂ ਇਹੋ ਜਿਹੇ ਕੁਐਸਚਨਸ ਪੁੱਛ ਲਏ ਜਾਂਦੇ ਲਾਈਕ ਡਿਸਕਸ ਦਾ मेन टीचिंग्स ऑफ गुरु नानक देव जी। गुरु नानक देव जी दी मेन टीचिंग्स बारे डिस्कस करना है, ठीक है। व्हाट वाज देयर इंपैक्ट ऑन सोसाइटी ते उन्हां टीचिंग्स दा सोसाइटी दे उत्ते की इंपैक्ट पिया। सैकेंड डिस्क्राइब दी सोशल एंड रिलीजियस एस्पेक्ट्स ऑफ गुरु नानक देव जी टीचिंग्स। उन्हां दी जिहड़ी टीचिंग सी उन्हां दे सोशल या रिलीजियस एस्पेक्ट्स की सीगे। चलो क्वेश्चन तुसीं देख ले, लैक्चर नूं सुनन तो बाद, वीडियो नूं कंप्लीट करन तो बाद ਤੁਸੀਂ ਇਹਨਾਂ ਕੁਐਸਚਨਸ ਨੂੰ ਲਿਖਣ ਦੀ ਪ੍ਰੈਕਟਿਸ ਕਰੋ, ਠੀਕ ਹੈ, ਤੇ ਉਸ ਤੋਂ ਬਾਅਦ ਜਿਹੜਾ ਆਨਸਰ ਹੈਗਾ ਉਹ ਸਾਡੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਭੇਜੋ, ਠੀਕ ਹੈ। ਤੁਹਾਨੂੰ ਚੈੱਕ ਕਰਕੇ ਉਹਦੇ ਵਿੱਚ ਇਨਸਾਈਟਸ ਦਿੱਤੇ ਜਾਣਗੇ ਕਿ ਹੋਰ ਤੁਸੀਂ ਕਿਸ ਤਰ੍ਹਾਂ ਆਨਸਰ ਨੂੰ ਇੰਪਰੂਵ ਕਰ ਸਕਦੇ ਹੋ ਜਾਂ ਫਿਰ ਤੁਹਾਡਾ ਆਨਸਰ ਬੈਸਟ ਹੈ। ਸਟਾਰਟ ਕਰਦੇ ਹਾਂ ਜੀ ਆਪਾਂ ਇੰਟਰੋਡਕਸ਼ਨ ਨਾਲ। ਜਦੋਂ ਆਪਾਂ ਕੁਐਸਚਨ ਨੂੰ ਸਟਾਰਟ ਕਰਾਂਗੇ ਤਾਂ ਇੰਟਰੋਡਕਸ਼ਨ ਵੈਰੀ ਇੰਪੋਰਟੈਂਟ। ਕਿਸ ਕੰਟੈਕਸਟ ਦੇ ਵਿੱਚ ਉਹ ਕੁਐਸਚਨ ਪੁੱਛਿਆ ਗਿਆ ਹੈ ਉਸ ਨੂੰ ਅੰਡਰਸਟੈਂਡ ਕਰਨਾ ਤੇ ਰੈਲੀਵੈਂਟ ਇੰਟਰੋਡਕਸ਼ਨ ਲਿਖਣੀ ਬਹੁਤ ਇੰਪੋਰਟੈਂਟ ਹੈ। दोनों क्वेश्चन ਜਿਹੜੇ ਤੁਹਾਨੂੰ ਸਕਰੀਨ ਤੇ ਦਿਖਾਏ ਗਏ ਹਨ, ਜੇ ਆਪਾਂ ਉਸ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ ਇੰਟਰੋਡਕਸ਼ਨ ਕਿਵੇਂ ਸਟਾਰਟ ਕੀਤੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਵਾਸ ਅ ਗ੍ਰੇਟ ਸੰਤ, ਸੋਸ਼ਲ ਐਂਡ ਰਿਲੀਜੀਅਸ ਰਿਫਾਰਮਰ। ਮਹਾਨ ਸੰਤ ਹੋਏ ਆ ਜੀ, ਪੰਜਾਬ ਦੇ ਹੀ ਨਹੀਂ ਈਵਨ ਕਿ ਦੁਨੀਆ ਦੇ ਵਿੱਚ ਜਾਂ ਤੁਸੀਂ ਇੰਡੀਆ ਦੇ ਵਿੱਚ ਤਾਂ ਕਹਿ ਹੀ ਸਕਦੇ ਹੋ। ਗੁਰੂ ਨਾਨਕ ਦੇਵ ਜੀ ਇੱਕ ਮਹਾਨ ਸੰਤ ਸੀਗੇ, ਸੋਸ਼ੋ ਸਮਾਜਿਕ ਅਤੇ ਧਾਰਮਿਕ ਸੁਧਾਰਕ ਵੀ ਸੀਗੇ ਜੀ। ਕਿਹੜੀ ਸੈਂਚੁਰੀ? 15th ਸੈਂਚੁਰੀ ਨੂੰ ਬਿਲੋਂਗ ਕਰਦੇ ਸੀ ਕਿਉਂਕਿ 1469 ਦੇ ਵਿੱਚ ਉਹਨਾਂ ਦਾ ਬਰਥ ਹੋਇਆ। He was also considered as a revolutionist due to his teaching। ਸੁਧਾਰਕ ਤੋਂ ਇਲਾਵਾ ਕ੍ਰਾਂਤੀਕਾਰੀ ਵਿਚਾਰ ਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਰੀਜ਼ਨ ਇਹ ਸੀਗਾ ਕਿ ਉਸ ਟਾਈਮ ਜਿਹੜੀਆਂ ਆਰਥੋਡਾਕਸ ਰਿਲੀਜੀਅਸ ਪ੍ਰੈਕਟਿਸਿਸ ਪ੍ਰਚਲਿਤ ਸੀਗੀਆਂ, ਠੀਕ ਹੈ, ਜਿਹੜੇ ਬੁਰੇ ਰੀਤੀ ਰਿਵਾਜ ਜਿਹੜੇ ਹੈਗੇ ਜੀ, ਜ਼ਿਆਦਾ ਕਰਮਕਾਂਡਾਂ ਵਿੱਚ ਵਿਸ਼ਵਾਸ ਜਿਹੜੇ ਲੋਕ ਕਰ ਰਹੇ ਸੀਗੇ, ਚਾਹੇ ਉਹ ਹਿੰਦੂ ਸੀਗੇ ਜੀ ਚਾਹੇ ਉਹ ਮੁਸਲਮਾਨ ਸੀਗੇ, ਉਹਨਾਂ ਦੇ ਅਗੇਂਸਟ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ, ਠੀਕ ਹੈ। ਮਤਲਬ ਕਿਸੇ ਧਰਮ ਦੇ ਖਿਲਾਫ ਨਹੀਂ ਸੀ, ਲੇਕਿਨ ਜਿਹੜੀਆਂ ਪ੍ਰੈਕਟਿਸਿਸ ਜਿਹੜੀਆਂ ਹੈਗੀਆਂ ਐਜ਼ ਅ ਹਿਊਮਨ ਬੀਇੰਗ ਜਾਂ ਮਾਨਵਤਾ ਦੇ ਅਗੇਂਸਟ ਸੀਗੀਆਂ ਉਹਨਾਂ ਦਾ ਉਹਨਾਂ ਨੇ ਵਿਰੋਧ ਜ਼ਰੂਰ ਕੀਤਾ ਸੀਗਾ, ਠੀਕ ਹੈ। ਹੀ ਸਪਰੈਡ ਦਾ ਮੈਸੇਜ ਆਫ ਵਨ ਗੋਡ, ਗੋਡ ਇੱਕ ਹੈ, ਪਰਮਾਤਮਾ ਇੱਕ ਹੈ, ਠੀਕ ਹੈ, ਉਹਦੇ ਵੇਰੀਅਸ ਰੂਪ ਦੇ ਵਿੱਚ ਪੂਜਾ ਕਰਨ ਦਾ ਕੋਈ ਬੈਨੀਫਿਟ ਨਹੀਂ ਹੈ। ਬ੍ਰਦਰਹੁੱਡ ਭਾਈਚਾਰਾ, ਫॉरगिवनेस ਮਾਫ ਕਰਨਾ, ਕਾਸਟਲੈਸ सोसाइटी, जात पात का भेदभाव नहीं होना चाहिए, ठीक है, इगैलिटेरियन सोसाइटी सारे मतलब कि बराबर होण। तां इस तरह का जिहड़ा मैसेज जिहड़ा हैगा उन्होंने स्प्रैड किया सीगा। वैरी इंपॉर्टेंट थिंग इज दैट कि थोड़ी इंट्रोडक्शन जिहड़ी हैगी है अकॉर्डिंग टू दी क्वेश्चन वैरी रेलीवेंट होनी चाहिए है। दो क्वेश्चंस की गल करां जो मैं तुहानूं फर्स्ट स्लाइड दे विच दिखाए सीगे तां जिहड़ी इंट्रोडक्शन हैगी वो एवें दी बननी चाहिए, ठीक है। उस तो बाद आप देख लें जी जो भी चीज़ आप डिस्कस करांगे वो एक सोर्स ऑफ इन्फॉर्मेशन होंगे। प्रीवियस जिन्नियां भी वीडियोस चाहे आप मेडिवल हिस्टरी को कवर करदियां होईयां लिखियां, चाहे रणजीत सिंह की हिस्टरी को करते हुए आपने कवर की, जो भी चीज़ तुसीं डिस्कस करोगे वो सोर्स ऑफ इन्फॉर्मेशन बिल्कुल तुहाडे ध्यान च होना चाहिए कि तुसीं इन्फॉर्मेशन कित्थों लै रहे हो, क्योंकि कोट करना जो तुसीं आंसर्स लिखोगे नाल कोट करना बहुत इंपॉर्टेंट है। सोर्सिस ऑफ इन्फॉर्मेशन दे विच मन्निया जाता है कि गुरु नानक देव जी दी बारे जिन्नी भी अपनी इन्फॉर्मेशन मिलती है उन्होंने जन्म साखियां तो मिलती है, ठीक है। तो जन्म साखियां ਜਿਹੜੀਆਂ ਹੈਗੀਆਂ ਬਹੁਤ ਸਾਰੇ ਲੋਕਾਂ ਨੇ ਲਿਖਿਆ ਨੇ। ਪਹਿਲੀ ਜਿਹੜੀ ਇੰਪੋਰਟੈਂਟ ਜਨਮ ਸਾਖੀ ਉਹ ਭਾਈ ਬਾਲਾ ਜੀ ਦੀ ਹੈ, ਸੈਕਿੰਡ ਮਿਹਰਬਾਨ ਜਿਹੜੀ ਜਨਮ ਸਾਖੀ ਹੈ, ਤੀਜੀ ਜਿਹੜੀ ਹੈਗੀ ਜੀ ਤੁਹਾਡੀ ਉਹ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਹੈ ਜੀ, ਠੀਕ ਹੈ। ਜ਼ਿਆਦਾਤਰ ਆਪਾਂ ਜਿੰਨੀ ਡਿਸਕਸ਼ਨਸ ਇੱਥੇ ਕਰਾਂਗੇ ਉਹ ਮਿਹਰਬਾਨ ਵਾਲੀ ਜਨਮ ਸਾਖੀ ਜਿਹੜੀ ਹੈਗੀ ਹੈ ਉੱਥੋਂ ਜਿਹੜੀ ਇਨਫੋਰਮੇਸ਼ਨ ਆਪਾਂ ਨੂੰ ਮਿਲਦੀ ਹੈ ਉਹਦੇ ਅਕੋਰਡਿੰਗ ਆਪਾਂ ਡਿਸਕਸ ਕਰਾਂਗੇ।
ਬਰਥ ਦੀ ਆਪਾਂ ਗੱਲ ਸਭ ਤੋਂ ਪਹਿਲਾਂ ਕਰ ਲੈਂਦੇ ਆ ਜੀ। ਬਰਥ ਜਿਹੜਾ ਹੈਗਾ ਉਹਨਾਂ ਦਾ 15 ਅਪ੍ਰੈਲ 1469 ਨੂੰ, ਠੀਕ ਹੈ ਜੀ। ਕਿਹੜਾ ਕੈਲੰਡਰ ਹੈ? ਸੋਲਰ ਕੈਲੰਡਰ। ਰਾਏ ਭੋਈ ਦੀ ਤਲਵੰਡੀ, ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਬਰਥ ਹੋਇਆ ਸੀ। ਅੱਜ ਕੱਲ ਇਸ ਪਲੇਸ ਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੀ। ਹੈ ਕਿੱਥੇ ਹੈ ਜੀ? ਇਹ ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ। ਪੇਰੈਂਟਸ ਦੀ ਆਪਾਂ ਗੱਲ ਕਰ ਲਈਏ, ਇਹਨਾਂ ਦੇ ਫਾਦਰ ਜਿਹੜੇ ਹੈਗੇ ਸੀ ਕਲਿਆਣ ਰਾਏ, ਜਿਨ੍ਹਾਂ ਨੂੰ ਮਹਿਤਾ ਕਾਲੂ ਵੀ ਬੋਲਿਆ ਜਾਂਦਾ ਸੀ, ਖੱਤਰੀ ਵੰਸ਼ ਤੋਂ ਬਿਲੋਂਗ ਕਰਦੇ ਸੀਗੇ, ਬੇਦੀ ਪਰਿਵਾਰ ਤੋਂ, ਠੀਕ ਹੈ ਜੀ। ਮਾਤਾ ਜਿਹੜੀ ਇਹਨਾਂ ਦੀ ਹੈਗੀ ਉਹ ਸੀਗੀ ਜੀ ਤ੍ਰਿਪਤਾ ਦੇਵੀ। ਸਿਸਟਰ ਦੀ ਗੱਲ ਕਰ ਲਈਏ, ਉਹਨਾਂ ਦੀ ਸਿਸਟਰ ਦਾ ਨਾਮ ਨਾਨਕੀ ਸੀਗਾ। ਵਾਈਫ ਦੀ ਗੱਲ ਕਰੀਏ ਤਾਂ ਸੁਲੱਖਣੀ ਦੇਵੀ, ਡਾਟਰ ਸੀਗੀ ਜੀ ਮੂਲਚੰਦ ਦੀ, ਜਿਹੜੇ ਕਿ ਬਟਾਲਾ ਦੇ ਨਿਵਾਸੀ ਸੀਗੇ। ਸਨਸ ਦੀ ਗੱਲ ਕਰੀਏ, 2 ਪੁੱਤਰ ਸੀਗੇ ਇਹਨਾਂ ਦੇ, ਇੱਕ ਸ਼੍ਰੀ ਚੰਦ ਤੇ ਇੱਕ ਲక్ష్ਮੀ ਦਾਸ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਹੁਤ ਸਾਰੇ ਇਨਸੀਡੈਂਟਸ ਜਿਹੜੇ ਹੈਗੇ ਜੀ ਗੁਰੂ ਨਾਨਕ ਦੇਵ ਜੀ ਦੀ ਲਾਈਫ ਨਾਲ ਰਿਲੇਟਡ ਹੈ, ਜਨਮ ਤੋਂ ਲੈ ਕੇ ਟਿਲ ਦੈਟ ਡੇਟ ਕਿ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਕੁਝ ਇਨਸੀਡੈਂਟਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਵਿਚਾਰ ਕੀ ਸੀਗੇ, ਜਾਂ ਫਿਰ ਉਹ ਕਿਸ ਤਰ੍ਹਾਂ ਦੀ ਤਬਦੀਲੀ ਜਿਹੜੀ ਹੈਗੀ ਹੈ ਉਸ ਸਮੇਂ ਦੇ ਜਿਹੜੇ ਪ੍ਰਚਲਿਤ ਧਰਮ ਸੀ ਉਹਨਾਂ ਦੇ ਵਿੱਚ ਚਾਹੁੰਦੇ ਸੀ, ਕਿਸ ਤਰ੍ਹਾਂ ਦਾ ਸਮਾਜ ਉਹ ਸਿਰਜਣ ਦੀ ਗੱਲ ਕਰਦੇ ਸੀਗੇ, ਸਿਰਜਣ ਦੀ ਗੱਲ ਕਰਦੇ ਸੀ ਸੌਰੀ। ਤਾਂ ਆਪਾਂ ਇਨਸੀਡੈਂਟਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਕੁੱਲ ਪ੍ਰੋਹਿਤ ਜਿਹੜੇ ਹੈਗੇ ਸੀ ਉਹਨਾਂ ਦੇ ਪਰਿਵਾਰ ਦੇ ਹਰਦਿਆਲ ਜੀ, ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਜਨਮ ਪੱਤਰੀ ਜਦੋਂ ਬਣਾਈ, ਜਾਂ ਉਹਨਾਂ ਨੂੰ ਜਿਸ ਚੀਜ਼ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ ਜਨਮ ਪੱਤਰੀ ਲਈ, ਤਾਂ ਉਹਨਾਂ ਨੇ ਦੇਖ ਕੇ ਇਹ ਗੱਲ ਕਹੀ ਸੀਗੀ ਕਿ ਇਹ ਕੋਈ ਆਮ ਇਨਸਾਨ ਨਹੀਂ ਹੈ, ਠੀਕ ਹੈ। ਇਹ ਬਹੁਤ ਵੱਡੇ ਜਿਹੜੇ ਹੈਗੇ ਆ ਜੀ, ਮਤਲਬ ਕਿ ਸਮਾਜ ਸੁਧਾਰਕ ਟਾਈਪ ਜਿਹੜੇ ਹੈਗੇ ਵਿਅਕਤੀ ਹੈ, ਇਹ ਆਪਣਾ ਨਾਮ ਜਿਹੜਾ ਹੈਗਾ ਦੁਨੀਆ ਦੇ ਵਿੱਚ ਕੀ ਕਰਨਗੇ, ਫੈਲਾਣਗੇ। ਤਾਂ ਇੱਥੋਂ ਜਦ ਪਹਿਲੀ ਗੱਲ ਜਨਮ ਤੋਂ ਹੀ ਪਤਾ ਲੱਗ ਗਿਆ ਸੀਗਾ, ਠੀਕ ਹੈ। ਸੈਕੰਡ ਇਨਸੀਡੈਂਟ ਦੀ ਅਗਰ ਆਪਾਂ ਗੱਲ ਕਰੀਏ ਕਿ ਜਿੰਨੇ ਵੀ ਜਿਹੜੇ ਟੀਚਰ ਸੀਗੇ ਉਸ ਟਾਈਮ ਦੇ ਵਿੱਚ ਗੱਲ ਕਰੋ ਕਿ ਉਹਨਾਂ ਨੂੰ ਫਾਰਸੀ ਦਾ ਗਿਆਨ ਦਿਵਾਉਣਾ ਹੈ ਜਾਂ ਗਣਿਤ ਦਾ ਗਿਆਨ ਦਿਵਾਉਣਾ ਹੈ, ਜਿੰਨੇ ਵੀ ਟੀਚਰਸ ਕੋਲੇ ਗਏ ਬੜੇ ਮਤਲਬ ਕਿ ਸ਼ਾਰਪ ਮਾਈਂਡਡ ਜਿਹੜੇ ਹੈਗੇ ਸੀ ਗੁਰੂ ਨਾਨਕ ਦੇਵ ਜੀ ਸੀਗੇ, ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੇਰਾ ਗਿਆਨ ਲੈ ਲੈਂਦੇ ਸੀਗੇ। ਬਟ ਐਕਚੁਅਲ ਜਿਹੜਾ ਝੁਕਾਅ ਉਹਨਾਂ ਦਾ ਹੈਗਾ ਜੀ ਉਹ ਹਮੇਸ਼ਾ ਕਿਸ ਉਹਦੇ ਵੱਲ ਰਹਿੰਦਾ ਸੀਗਾ ਜੀ, ਦੇਵੀ ਗਿਆਨ ਵੱਲ ਰਹਿੰਦਾ ਸੀ, ਠੀਕ ਹੈ। ਤਾਂ ਉਹਨਾਂ ਨੇ ਕੁਐਸਚਨ ਜਦੋਂ ਪੁੱਟ ਕਰਦੇ ਸੀਗੇ ਆਪਣੇ ਟੀਚਰਸ ਨੂੰ ਤਾਂ ਉੱਥੋਂ ਇੱਕ ਕਲੀਅਰ ਮੈਸੇਜ ਜਿਹੜਾ ਜਾਂਦਾ ਸੀਗਾ ਕਿ ਉਹ ਕਿਵੇਂ ਬਹੁਤ ਹੀ ਅਲੱਗ ਆਈਡੀਓਲੋਜੀ ਦੇ ਪਰਸਨ ਹੈ, ਠੀਕ ਹੈ। ਥਰਡ ਅਗਰ ਆਪਾਂ ਗੱਲ ਕਰੀਏ ਜੀ ਉਹਨਾਂ ਦਾ ਇਨਸੀਡੈਂਟ ਜਿਹੜਾ ਹੈਗਾ ਇਹ ਵੀ ਜੁੜਿਆ ਹੋਇਆ ਕਿ ਜਦੋਂ ਜਨੇਊ ਦੀ ਰਸਮ ਜਿਹੜੀ ਹੈਗੀ ਹੈ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਹੈ ਕਿ ਬੰਦੇ ਨੂੰ ਜਨੇਊ ਧਾਰਨ ਕਰਨਾ ਪੈਂਦਾ ਹੈ। 9 ਸਾਲ ਦੀ ਉਮਰ ਦੇ ਵਿੱਚ ਜਦੋਂ ਉਹਨਾਂ ਦੀ ਆਹ ਰਸਮ ਕਰਵਾਈ ਜਾਣੀ ਸੀਗੀ ਤਾਂ ਉਹਨਾਂ ਨੇ ਉਸ ਸਮੇਂ ਵੀ ਇਹ ਕੁਐਸਚਨ ਕੀਤਾ ਕਿ ਮੈਨੂੰ ਇਹ ਜਨੇਊ ਨਹੀਂ ਚਾਹੀਦਾ, ਧਾਗੇ ਦਾ ਜਿਹੜਾ ਟੁੱਟ ਜੇ, ਠੀਕ ਹੈ। ਉਹ ਇੱਕ ਇਹੋ ਜਿਹਾ ਜਨੇਊ ਪਾਉਣਾ ਚਾਹੁੰਦੇ ਸੀ ਜਿਹੜਾ ਕਿ ਜਾਤ ਪਾਤ ਵਗੈਰਾ ਇਹਨਾਂ ਚੀਜ਼ਾਂ ਤੋਂ ਸਾਰਿਆਂ ਤੋਂ ਉੱਪਰ ਉੱਠ ਕੇ ਹੈ ਤੇ ਜਿਹੜਾ ਕਦੇ ਨਾ ਮੈਲਾ ਹੋਵੇ ਨਾ ਹੀ ਉਹ ਟੁੱਟੇ। ਤਾਂ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਉਹਨਾਂ ਦੇ ਸੀਗੇ ਬੜਾ ਹੀ ਇੰਪ੍ਰੈਸ ਕਰਦੇ ਸੀਗੇ ਉਸ ਸਮੇਂ ਦੇ ਜਿਹੜੇ ਗੁਰੂ ਸੀਗੇ ਜਾਂ ਟੀਚਰ ਸੀਗੇ। ਇਸ ਤੋਂ ਇਲਾਵਾ ਇਨਸੀਡੈਂਟ ਦੀ ਗੱਲ ਕਰੀਏ, ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਉਹਨਾਂ ਨੂੰ ਕੰਮ 'ਚ ਲਗਾ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਟਰਾਈ ਕੀਤਾ ਗਿਆ ਕਿ ਜਿਹੜਾ ਦੇਵੀ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤਾਂ ਉਹਨਾਂ ਦੇ ਪਿਤਾ ਨੇ ਬੜੀ ਕੋਸ਼ਿਸ਼ ਕੀਤੀ ਸੀ ਮੋੜਨ ਦੀ, ਬਟ ਉਹ ਸਫਲ ਨਹੀਂ ਹੋਏ। ਇੱਕ ਐਗਜ਼ਾਮਪਲ ਇਹ ਹੈ ਕਿ ਉਹਨਾਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਕਿ ਵਪਾਰ ਸਿੱਖਣ, ਲੇਕਿਨ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਖਵਾਤਾ, ਠੀਕ ਹੈ। ਇਸੇ ਕਰਕੇ ਜਿਹੜਾ ਇਹ ਇਨਸੀਡੈਂਸ ਨੂੰ ਸੱਚਾ ਸੌਦਾ ਕਿਹਾ ਜਾਂਦਾ ਹੈ ਜੀ, ਠੀਕ ਹੈ, ਸਿੱਖੀਜ਼ਮ ਦੇ ਵਿੱਚ। ਤਾਂ ਬਹੁਤ ਸਾਰੇ ਇਨਸੀਡੈਂਸਿਸ ਜਿਹੜੇ ਹੈਗੇ ਜੀ ਉਹਨਾਂ ਦੀ ਲਾਈਫ ਨਾਲ ਜੁੜੇ ਹੋਏ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਸਿੱਧਾ ਐਨਲਾਈਟਨਮੈਂਟ ਦੀ ਗੱਲ ਕਰਾਂਗੇ ਕਿ ਜਦੋਂ ਉਹਨਾਂ ਨੂੰ ਸੁਲਤਾਨਪੁਰ ਭੇਜਿਆ ਗਿਆ ਉਹਨਾਂ ਦੀ ਸਿਸਟਰ ਦੇ ਕੋਲੇ, ਕਿਉਂਕਿ ਉਹਨਾਂ ਦੇ ਜਿਹੜੇ ਭੈਣ ਦੇ ਜਿਹੜੇ ਪਤੀ ਸੀਗੇ, ਹਸਬੈਂਡ ਸੀਗੇ, ਠੀਕ ਹੈ ਜੀ, ਜਵਾਈ ਸੀਗੇ ਜਿਹੜੀ ਜੈਰਾਮ, ਉਹਨਾਂ ਨੇ ਉਹ ਜਿਹੜੇ ਸੀਗੇ ਜਿਹੜੇ ਉੱਥੋਂ ਦੇ ਲੋਧੀ ਵੰਸ਼ ਦੇ ਦੌਲਤ ਖਾਨ ਲੋਧੀ ਸੀਗੇ, ਉਹਨਾਂ ਦੇ ਇੱਕ ਮਤਲਬ ਕਿ ਅੰਡਰ ਕੰਮ ਕਰਦੇ ਸੀ ਤੇ ਜਿਸ ਦੇ ਕਾਰਨ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਨੌਕਰੀ ਦਿਲਵਾ ਦਿੱਤੀ ਗਈ ਸੀ ਮੋਦੀਖਾਨੇ ਦੇ ਵਿੱਚ। ਉਹਨਾਂ ਦਾ ਕੋਈ ਜ਼ਿਆਦਾ ਇੰਟਰਸਟ ਨਹੀਂ ਸੀਗਾ। ਇਨਸੀਡੈਂਸ ਇਹ ਵੀ ਹੈ ਕਿ ਉਹ ਜ਼ਿਆਦਾ ਤੋਲ ਦਿੰਦੇ ਸੀਗੇ, ਇੱਥੋਂ ਹੀ 13 ਕਰਕੇ ਜਿਹੜਾ ਹੈਗਾ ਸਿੱਖੀਜ਼ਮ ਦੇ ਵਿੱਚ ਇੱਕ ਵਰਡ ਆਉਂਦਾ ਹੈ ਕਿ ਨਾਨਕ ਜਿਹੜੇ ਹੈਗੇ ਆ ਜੀ ਉਹ ਨਾਮ ਜਪਦੇ ਰਹਿੰਦੇ ਸੀਗੇ। ਤੇ ਬਾਅਦ ਵਿੱਚ ਕੰਪਲੇਂਟ ਹੋਈ ਕਿ ਉਹ ਘੱਟ ਪੈਸੇ ਲੈ ਕੇ ਜ਼ਿਆਦਾ ਸੌਦਾ ਤੋਲ ਦਿੰਦੇ ਆ, ਤਾਂ ਬਾਅਦ ਦੇ ਵਿੱਚ ਇਹ ਚੀਜ਼ ਦਾ ਵੀ ਖੰਡਨ ਹੋ ਗਿਆ ਕਿ ਮਤਲਬ ਨਹੀਂ, ਭੰਡਾਰਨ ਜਿਹੜਾ ਹੈਗਾ ਸੀ ਅਨਾਜ ਦਾ ਪੂਰਾ ਹੈ। ਤਾਂ ਕਾਫੀ ਸਾਰੇ ਇਨਸੀਡੈਂਟਸ ਜਿਹੜੀਆਂ ਉਹਨਾਂ ਨਾਲ ਹੈਗੀਆਂ। ਲੇਕਿਨ ਆਪਾਂ ਐਨਲਾਈਟਨਮੈਂਟ ਦੀ ਜਦੋਂ ਗੱਲ ਕਰਾਂਗੇ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਰਹਿੰਦੇ ਹੋਏ ਉਹ ਰੈਗੂਲਰ ਇਸ਼ਨਾਨ ਕਰਨ ਜਾਂਦੇ ਹੁੰਦੇ ਸੀ ਇੱਕ ਨਦੀ ਦੇ ਵਿੱਚ ਜਿਹੜੀ ਹੈਗੀ ਸੀ ਜੀ ਬੇਈ ਰਿਵਰ, ਸੁਲਤਾਨਪੁਰ ਲੋਧੀ ਦੇ ਵਿੱਚ। ਉੱਥੇ ਜਦੋਂ ਇੱਕ ਵਾਰ ਨਹਾਉਣ ਗਏ ਤੇ 3 ਦਿਨ ਉਹ ਉਸ ਨਦੀ ਵਿੱਚੋਂ ਬਾਹਰ ਨਹੀਂ ਆਏ। ਬਾਹਰ ਉਸ ਸਮੇਂ ਹੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਸ਼ਬਦ ਕਹੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਤੇ ਜਦੋਂ ਉਹਨਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੇ ਕੁਝ ਵਰਡਸ ਕਹੇ ਸੀ
ਏਕਮ ਓਂਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਾਹਿਬ, ਗੁਰ ਪ੍ਰਸਾਦ। मतलब ਜਿਹੜਾ ਰੱਬ ਦਾ ਨਾਮ ਹੀ ਸੱਚਾ ਹੈ, ਠੀਕ ਹੈ, ਉਹ ਇੱਕੋ ਹੀ ਰੱਬ ਹੈ, ਠੀਕ ਹੈ, ਉਹ मतलब ਕਿ ਉਹਦਾ ਨਾਮ ਹੀ ਸੱਚਾ ਹੈ ਤੇ ਉਹ ਨਿਰਭਉ ਹੈ, मतलब ਕਿ ਉਹਨੂੰ ਕਿਸੇ ਦਾ ਡਰ ਨਹੀਂ ਹੈ। ਤੇ ਉਸ ਰੱਬ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਗੁਰੂ ਦੀ ਕਿਰਪਾ ਚਾਹੀਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਤੁਸੀਂ ਉਸ ਰੱਬ ਨੂੰ ਪ੍ਰਾਪਤ ਕਰ ਸਕਦੇ ਹੋ। ਤੇ ਮੰਨਿਆ ਜਾਂਦਾ ਕਿ ਜਿਸ ਰਿਵਰ ਦੇ ਜਿਸ ਕੰਢੇ ਦੇ ਉੱਤੇ ਉਹਨਾਂ ਨੂੰ ਇਹ ਗਿਆਨ ਦੀ ਪ੍ਰਾਪਤੀ ਹੋਈ ਸੀ, ਅੱਜ ਕੱਲ੍ਹ ਉਸ ਨੂੰ ਜੀ ਸੰਤ ਘਾਟ ਕਿਹਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਜੀ ਮੈਸੇਜ ਨੂੰ ਸਪਰੈਡ ਕਰਨਾ ਚਾਹੁੰਦੇ ਸੀਗੇ। ਜਿਹੜੇ ਉਸ ਸਮੇਂ ਦੇ ਪ੍ਰਚਲਿਤ ਧਰਮ ਸੀਗੇ, ਉਹਨਾਂ 'ਚ ਜੋ ਬੁਰਾਈਆਂ ਸੀਗੀਆਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸੀਗੇ, ਠੀਕ ਹੈ। ਸੋ ਦੈਟ ਉਹਨਾਂ ਨੇ ਟਰੈਵਲਸ, ਯਾਤਰਾਵਾਂ ਸ਼ੁਰੂ ਕੀਤੀਆਂ। ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਇੱਕ ਉਦਾਸੀ ਦੀ ਤਰ੍ਹਾਂ, मतलब ਕਿ ਜਿਵੇਂ ਘਰ-ਬਾਰ ਤਿਆਗ ਦਿੰਦਾ ਪਰਸਨ, ਠੀਕ ਹੈ, ਉਸ ਦੀ ਤਰ੍ਹਾਂ ਉਹਨਾਂ ਨੇ ਕੀ ਕੀਤਾ ਸੀਗਾ, ਯਾਤਰਾਵਾਂ ਸ਼ੁਰੂ ਕੀਤੀਆਂ ਸੀ। ਲੇਕਿਨ ਉਹ ਘਰ-ਬਾਰ ਤਾਂ ਉਹਨਾਂ ਨੇ ਤਿਆਗਿਆ ਨਹੀਂ ਸੀ, ਠੀਕ ਹੈ। ਉਹ ਬਿਲੀਵ ਹੀ ਨਹੀਂ ਕਰਦੇ ਸੀਗੇ ਐਕਸੈਕਟਿਸਿਜ਼ਮ ਦੇ ਵਿੱਚ, ਠੀਕ ਹੈ। ਉਹ ਨਾਲ ਜਿਹੜਾ ਗ੍ਰਸਥ ਜੀਵਨ ਹੈ ਉਹਦੀ ਵੀ ਪੂਰੀ ਰਿਸਪੈਕਟ ਕਰਦੇ ਸੀਗੇ। ਮੈਰਿਜ ਉਹਨਾਂ ਦੀ ਜਿਵੇਂ ਤੁਹਾਨੂੰ ਦੱਸਿਆ ਹੋਈ ਸੀ ਤੇ 2 ਉਹਨਾਂ ਕੋਲੇ ਬੇਟੇ ਵੀ ਸੀਗੇ, ਠੀਕ ਹੈ। ਉਦਾਸੀਆਂ ਯਾਤਰਾਵਾਂ ਕਰਦੇ ਸੀ, ਵਾਪਿਸ ਆਪਣੇ ਘਰ ਆਉਂਦੇ ਸੀਗੇ, ਫਿਰ ਅਗਲੀ ਉਦਾਸੀ ਸ਼ੁਰੂ ਕਰਦੇ ਸੀ। मतलब ਉਹ ਗ੍ਰਸਥ ਜੀਵਨ ਨੂੰ ਵੀ ਪੂਰੀ ਇੰਪੋਰਟੈਂਸ ਦਿੰਦੇ ਸੀਗੇ। ਕੰਪੇਨੀਅਨ ਉਹਨਾਂ ਦੇ ਸੀਗੇ ਜੀ ਭਾਈ ਮਰਦਾਨਾ। ਜਿੰਨੀਆਂ ਯਾਤਰਾਵਾਂ ਉਹਨਾਂ ਨੇ ਕੀਤੀਆਂ, ਭਾਈ ਮਰਦਾਨਾ ਜੀ ਉਹਨਾਂ ਦੇ ਕੰਪੇਨੀਅਨ ਰਹੇ, ਨਾਲ ਉਹਨਾਂ ਨੇ ਯਾਤਰਾਵਾਂ ਕੀਤੀਆਂ। ਨਾ ਉਹ ਇੱਥੇ ਇੱਕ ਡਾਊਟ ਇਹ ਹੈ ਕਿ ਉਹਨਾਂ ਨੇ ਕਿੰਨੀਆਂ ਯਾਤਰਾਵਾਂ ਕੀਤੀਆਂ। ਕੁਝ ਆਥਰ ਜੇ ਮੰਨਦੇ ਹੈ, ਇਤਿਹਾਸਕਾਰ ਹਿਸਟੋਰੀਅਨਸ ਇਹ ਮੰਨਦੇ ਆ ਕਿ ਉਹਨਾਂ ਨੇ ਜੀ 4 ਯਾਤਰਾਵਾਂ ਕੀਤੀਆਂ ਨੇ, ਕੋਈ ਮੰਨਦੇ 5 ਯਾਤਰਾਵਾਂ ਕੀਤੀਆਂ। ਲੇਕਿਨ ਅਗਰ ਤੁਸੀਂ ਵੈਲਿਡ ਪੁਆਇੰਟ ਦੀ ਗੱਲ ਕਰੋ ਤਾਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਹੈਗਾ, ਜਿਹੜੀ ਉਹਨਾਂ ਨੇ ਰਿਸਰਚਸ ਕੀਤੀਆਂ, ਉਹ ਸਿਰਫ 3 ਉਦਾਸੀਆਂ ਮੰਨਦੇ ਆ ਜੀ, ਠੀਕ ਹੈ। ਆਪਾਂ ਕਲੇਮ ਕਰ ਸਕਦੇ ਹਾਂ, ਜੇ ਤੁਸੀਂ ਐਗਜ਼ਾਮਸ ਦੀ ਗੱਲ ਕਰਦੇ ਹੋ, ਕਿਸੇ ਐਗਜ਼ਾਮ 'ਚ ਕੁਐਸਚਨ ਆਉਂਦਾ ਜੀ ਕਿੰਨੀਆਂ ਉਦਾਸੀਆਂ ਸੀਗੀਆਂ ਜੀ, 4 ਹੈ ਤੇ 3 ਦੋਨੋਂ ਦਿੱਤੀਆਂ ਹੋਈਆਂ। ਜੇ ਤੁਸੀਂ 3 ਵੀ ਟਿਕ ਕਰਦੇ ਹੋ ਤਾਂ ਆਪਾਂ ਕਲੇਮ ਕਰ ਸਕਦੇ ਹਾਂ, ਕਿਉਂਕਿ ਆਪਾਂ ਅੱਜ ਤੱਕ 4 ਹੀ ਪੜ੍ਹੀਆਂ ਨੇ, ਠੀਕ ਹੈ। 3 ਉਦਾਸੀਆਂ 4 ਡਾਇਰੈਕਸ਼ਨਸ ਹੋ ਸਕਦੀਆਂ ਜੀ, 4 ਦਿਸ਼ਾਵਾਂ ਕਵਰ ਕਰ ਲਈਆਂ ਸੀਗੀਆਂ ਉਹਨਾਂ ਨੇ ਉਦਾਸੀਆਂ ਦੇ ਵਿੱਚ। ਇਸ ਤੋਂ ਇਲਾਵਾ ਉਹ ਬਹੁਤ ਛੋਟੀਆਂ-ਛੋਟੀਆਂ ਉਦਾਸੀਆਂ ਤਾਂ ਕਰਦੇ ਹੀ ਰਹੇ। ਮੇਜਰ ਉਦਾਸੀਆਂ ਉਹਨਾਂ ਦੀਆਂ 3 ਸੀਗੀਆਂ। ਪਹਿਲੀ ਉਦਾਸੀ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਜੀ ਉਹ ਕਿੱਥੇ, ਈਸਟ ਤੇ ਸਾਊਥ ਡਾਇਰੈਕਸ਼ਨ, ਦੱਖਣ ਤੇ ਪੂਰਬੀ ਡਾਇਰੈਕਸ਼ਨ ਦੀ ਉਹਨਾਂ ਨੇ ਪਹਿਲੀ ਉਦਾਸੀ ਕੀਤੀ। ਫਿਰ ਉਹਨਾਂ ਨੇ ਉੱਤਰ ਡਾਇਰੈਕਸ਼ਨ ਦੀ ਉਦਾਸੀ ਕੀਤੀ। ਫਿਰ ਉਹਨਾਂ ਨੇ ਵੈਸਟ ਡਾਇਰੈਕਸ਼ਨ, ਜਿਹਦੇ ਵਿੱਚ ਉਹ ਕਾਬਲ, ਕੰਧਾਰ ਵਗੈਰਾ ਵਰਗੇ ਜਿਹੜੇ ਇਲਾਕੇ ਹੈਗੇ ਉੱਥੇ ਉਦਾਸੀਆਂ ਕੀਤੀਆਂ ਉਹਨਾਂ ਨੇ। ਜਦੋਂ ਯਾਤਰਾਵਾਂ ਕੀਤੀਆਂ, ਇਹਨਾਂ ਯਾਤਰਾਵਾਂ ਦੇ ਵਿੱਚ ਹੀ ਉਹਨਾਂ ਦਾ ਬਹੁਤ ਸਾਰੇ ਧਾਰਮਿਕ ਜਿਹੜੇ ਲੀਡਰਸ ਨੇ ਉਹਨਾਂ ਨਾਲ ਵਾਦ ਵਿਵਾਦ ਤਾਂ ਨਹੀਂ ਕਹਿ ਸਕਦੇ ਤੁਸੀਂ, मतलब ਕਿ ਚਰਚਾਵਾਂ ਹੋਈਆਂ ਧਰਮ ਨੂੰ ਲੈ ਕੇ, ਠੀਕ ਹੈ। ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਅਨੁਯਾਈ ਬਣੇ, ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਮੰਨਿਆ, ਠੀਕ ਹੈ। ਉਹਨਾਂ ਦੀ ਜੋ ਆਈਡੀਓਲੋਜੀ ਸੀ ਉਹਨਾਂ ਤੋਂ ਪ੍ਰਭਾਵਿਤ ਹੋਏ। ਤੇ ਇਹੀ ਇਨਸੀਡੈਂਸਿਸ ਜਦੋਂ ਆਪਾਂ ਪੜਾਂਗੇ ਤਾਂ ਐਂਡ ਦੇ ਵਿੱਚ ਆਪਾਂ ਨੇ ਉਹਨਾਂ ਨੂੰ ਕੰਸੋਲੀਡੇਟ ਕਰਕੇ ਉਹਨਾਂ ਦੇ ਟੀਚਿੰਗਸ ਦੱਸਣੀਆਂ ਨੇ ਕਿ ਉਹਨਾਂ ਦੇ ਟੀਚਿੰਗਸ ਕਿਹੜੀਆਂ ਸੀਗੀਆਂ, ਠੀਕ ਹੈ। ਤੇ ਐਂਡ ਦੇ ਵਿੱਚ ਉਹਨਾਂ ਨੇ ਕੁਝ ਰਚਨਾਵਾਂ ਵੀ ਕੀਤੀਆਂ ਸੀਗੀਆਂ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਫਸਟ ਉਦਾਸੀ ਜਦੋਂ ਉਹਨਾਂ ਨੇ ਸਟਾਰਟ ਕੀਤੀ ਤਾਂ ਸਭ ਤੋਂ ਪਹਿਲਾ ਇਨਸੀਡੈਂਸ ਜਿਹੜਾ ਹੈਗਾ ਜੀ ਸੈਯਦਪੁਰ ਦੇ ਨਾਮ ਦੇ ਪਲੇਸ ਦੇ ਉੱਤੇ ਮਲਿਕ ਭਾਗੋ, ਇੱਕ ਰਿਚ ਹਿੰਦੂ ਮਰਚੈਂਟ ਸੀਗਾ। ਉਹਨਾਂ ਨੇ ਸਬਕ ਸਿਖਾਇਆ ਸੀਗਾ ਕਿ ਜਿਹੜੀ ਰੋਟੀ ਆ ਉਹ ਤੁਸੀਂ ਹੁਣ ਕਿਹੜੀ ਹੋਣੀ ਚਾਹੀਦੀ ਹੈ, ਤੁਹਾਡੀ ਹੱਕ ਦੀ ਕਮਾਈ ਹੋਣੀ ਚਾਹੀਦੀ ਹੈ। मतलब ਕਿ ਲੋਕਾਂ ਨਾਲ ਤੁਸੀਂ ਝੂਠ ਫਰੇਬ ਠੱਗੀ ਕਰਕੇ ਜਾਂ ਉਹਨਾਂ ਨੂੰ मतलब ਕਿ ਉਹਨਾਂ ਤੇ ਜ਼ੁਲਮ ਕਰਕੇ तो रोटी कमा रहे हो तो मतलब कि वो वधिया चीज़ नहीं है, ठीक है। इंसीडेंस है, वैसे उन्होंने काफ़ी तरीके रिप्रेजेंट किया जाता है कि मतलब उन्होंने भोज से बुलाया, रोटी जो परोसी तो गुरु जी ने निचोड़ के दिखाई कि ये खून है। एवें दे काफ़ी सारे इंसीडेंसिस हैं, आप उस चीज़ च नहीं जावांगे, ठीक है। इंसीडेंस ये होना चाहिए कि बस मलिक भागो नाम के व्यक्ति ने उन्होंने यह मैसेज दिता सी। सैकेंड ट्रैवल करते वो पेहवा कुरुक्षेत्रा पहुंचे। कुरुक्षेत्रा मौके दे विच सूरज ग्रहण के उत्ते हिंदुओं च बड़ी प्रचलित है जी ये चीज़। वो ग्रहण के मौके पर इशनान वगैरह करना आते हैं तो उन्होंने कहा कि रब का नाम जपो, फालतू के रीति रिवाजों च कुछ नहीं है। पानीपत दिल्ली गए घूमते तो दिल्ली जिस जगह के उत्ते ठहरे से उत्थे एक गुरुद्वारा बनया हुआ है जी मजनू का टीला। इंपॉर्टेंट है, PSSB के जिन्ने भी एग्जाम्स है उस पॉइंट ऑफ व्यू नाल इंपॉर्टेंट है, पुछ लेंगे। उस तो बाद हरिद्वार गए जी। हरिद्वार पता ही है जी सूरज नूं पानी देने की जी प्रचलित सी प्रथा, उसका खंडन किया गया गुरु जी वालों। दैन घूमते गोरख मता गए, ठीक है, जिथे मतलब कि साधा के डेरे होंगे सीगे जी, ठीक है। उन्होंने जो इस चीज़ के उत्ते चर्चा हुई कि फालतू के रीति रिवाज है, तुसीं आह भस्मां वगैरह जिहड़ियां है शरीर के उत्ते ला के इत्थे बैठे हो, ठीक है। तुहानूं ग्राउंड लैवल के उत्ते जाके लोगों को असली धर्म का मतलब समझना चाहिए। तो उत्थों उस जगह का नाम नानक मता पिया।
बनारस जदों गए जिस जगह के उत्ते ठहरे तो उत्थे अज गुरु का बाग जिहड़ा है गुरुद्वारा है। बांग्लादेश जदों गए तो उत्थे जिस जगह दे विच रहे तो रेयर बाजार करके नाम जाना जाता है जी, ठीक है। पूरी लंका वगैरह जिहड़े हैगे एरिया उन्होंने विचरण किए। सरसा दे विच जदों गए तो जिस मुसलमान के घर वो ठहरे सीगे जी उत्थे एक कंध दे उत्ते चिल्ला बाबा नानक अज भी वर्ड अंकित ने, ठीक है, इंपॉर्टेंट है। सिरसा दे विच जिस मुसलमान के घरे वो रुके सीगे। ਤਾਂ ਉਦਾਸੀਆਂ ਦੇ ਵਿੱਚ ਜਦੋਂ ਤੁਸੀਂ ਗੱਲ ਕਰਦੇ ਹੋ ਪਲੇਸਿਸ ਦੇ ਨਾਮ ਯਾਦ ਕਰ ਲਓ, ਠੀਕ ਹੈ, ਕਿੱਥੇ ਕਿਹੜਾ ਗੁਰਦੁਆਰਾ ਫੇਮਸ ਬਣਿਆ ਹੋਇਆ ਉਹ ਯਾਦ ਕਰ ਲਓ ਤੇ ਇੱਕ ਅੱਧਾ ਜਿਹੜਾ ਕੋਈ ਫੇਮਸ ਇਨਸੀਡੈਂਸ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਠੀਕ ਹੈ। ਸੈਕਿੰਡ ਇੱਕ ਹੋਰ ਇੰਪੋਰਟੈਂਟ ਗੱਲ ਹੈ ਜੀ, ਪਹਿਲੀ ਉਦਾਸੀ ਨੂੰ ਕੰਪਲੀਟ ਕਰਨ ਲਈ ਅਪਰੋਕਸੀਮੇਟਲੀ 12 ਸਾਲ ਲੱਗੇ ਸੀਗੇ ਜੀ। ਸੈਕਿੰਡ ਉਦਾਸੀ ਦੀ ਆਪਾਂ ਗੱਲ ਕਰਦੇ ਹਾਂ, ਨਾਰਥ ਡਾਇਰੈਕਸ਼ਨ ਉੱਤਰ ਵੱਲ ਕੀਤੀ ਗਈ, 4 ਸਾਲ ਇਸ ਉਦਾਸੀ ਨੂੰ ਲੱਗੇ, ਠੀਕ ਹੈ। ਇਸ ਉਦਾਸੀ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਹ पीर बुड्ढन शाह जी नाल होई सीगी। ये बड़े फेमस जिहड़े हैगे सीगे मुस्लिम संत सीगे। उत्तर दी उदासी दी जदों आपां गल करदे हां कि तिब्बत तक उन्होंने जिहड़ी हैगा जी ओह विचरण किया ते तिब्बत जदों गए सी तां शिपकिला पास नूं पास करके गए सीगे, ठीक है। इस तो इलावा हसन अबदाल वर्गे एरिया जिहड़े हैगे उन्होंने जिहड़े विजिट किए हैं। उत्थे एक अहंकारी मुसलमान ਮੰਨਿਆ ਜਾਂਦਾ ਜੀ ਵਲੀ ਕੰਧਾਰੀ ਸੀਗਾ, ਜਿਹਨੇ ਆਪਣੀ ਸ਼ਕਤੀ ਨਾਲ ਇੱਕ ਪਹਾੜੀ ਨੂੰ ਰੋੜਤਾ ਸੀਗਾ। ਗੁਰੂ ਸਾਹਿਬ ਨੇ ਉਹਨੂੰ ਆਪਣੇ ਪੈਰ ਦੇ ਪੰਜੇ ਨਾਲ ਰੋਕ ਲਿਆ, ਜਿੱਥੇ ਅੱਜ ਕੱਲ ਜਿਹੜਾ ਹੈਗਾ ਪੰਜਾ ਸਾਹਿਬ ਗੁਰਦੁਆਰਾ ਬਣਿਆ ਹੋਇਆ, ਠੀਕ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਸਿਆਲਕੋਟ ਵਗੈਰਾ ਜਿਹੜੇ ਏਰੀਆ ਵਿਚਰਨ ਕੀਤੇ ਤੇ ਦੁਬਾਰਾ ਉਹ ਸੁਲਤਾਨਪੁਰ ਲੋਧੀ ਵਾਪਸ ਆ ਗਏ। ਥਰਡ ਉਦਾਸੀ ਦੀ ਗੱਲ ਕਰੀਏ ਉਹ ਵੈਸਟ ਡਾਇਰੈਕਸ਼ਨ ਦੇ ਵਿੱਚ ਕੀਤੀ ਸੀ, ਉਹਨੂੰ ਵੀ ਅਪਰੋਕਸੀਮੇਟਲੀ 4 ਸਾਲ ਲੱਗੇ ਸੀਗੇ ਜੀ। ਇਸ ਉਦਾਸੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ मुस्लिम ਜਿਹੜੇ ਏਰੀਏ ਹੈਗੇ ਆ ਉਹ ਵਿਜ਼ਿਟ ਕੀਤੇ ਸੀਗੇ ਜੀ, ਠੀਕ ਹੈ। ਇਸ ਕਰਕੇ ਉਹ ਮੁਸਲਿਮ ਪੀਰ ਦੀ ਅਟਾਇਰ ਚ ਗਏ ਸੀਗੇ ਜੀ। ਉਹਨਾਂ ਦਾ ਜਿਹੜਾ ਬਾਣਾ ਸੀਗਾ ਨੀਲਾ ਬਾਣਾ ਪਾਇਆ ਸੀਗਾ ਜੀ ਉਹਨਾਂ ਨੇ, ਠੀਕ ਹੈ। ਮੁਲਤਾਨ ਊਚ ਵਰਗੇ ਜਿਹੜੇ ਏਰੀਆਜ਼ ਨੇ, ਜਿਹੜੇ ਮੁਸਲਿਮ ਬਹੁਲੀਆਤ ਜਿਹੜੇ ਹੈਗੇ ਏਰੀਆਜ਼ ਉੱਥੇ ਵਿਜ਼ਿਟ ਕੀਤਾ। ਇੱਥੇ ਉਹਨਾਂ ਦੀ ਮੁਲਾਕਾਤ ਸ਼ੇਖ ਬਹਾਉਦੀਨ ਮਖਦੂਮ ਨਾਲ ਹੋਈ ਜੋ ਸੁਹਾਰਵਰ ਦੀ ਸਿਲਸਿਲਾ ਦੇ ਕੀ ਸੀਗੇ ਜੀ ਸੰਤ ਸੀਗੇ। ਇਸ ਤੋਂ ਇਲਾਵਾ ਉਹਨਾਂ ਨੇ ਮੱਕਾ ਮਦੀਨਾ ਵਿਜ਼ਿਟ ਕੀਤਾ ਹੈ। ਜਿਹੜੀ ਕਾਬਾ ਨੂੰ ਘੁਮਾਉਣ ਵਾਲੀ ਗੱਲ ਆਉਂਦੀ ਉਹ ਮੱਕਾ ਦੇ ਵਿੱਚ ਹੀ ਮੰਨੀ ਜਾਂਦੀ ਹੈ ਹੋਈ ਕਿ ਗੁਰੂ ਸਾਹਿਬ ਕਾਬਾ ਵੱਲ ਪੈਰ ਕਰਕੇ ਪੈ ਗਏ ਤੇ ਜਦੋਂ ਕਾਜ਼ੀਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਪੈਰ ਉੱਧਰ ਕਰ ਦਿਓ ਜਿੱਥੇ ਕਾਬਾ ਨਹੀਂ ਹੈ। ਇਸ ਇਨਸੀਡੈਂਸ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਹੈ, ਲੇਕਿਨ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਗੁਰੂ ਸਾਹਿਬ ਦੀ ਜਿਹੜੀ ਟੀਚਿੰਗ ਸੀਗੀ ਜਦੋਂ ਆਪਾਂ ਲਾਸਟ ਚ ਪੜਾਂਗੇ ਤਾਂ ਉਹ ਇੱਕ ਮੈਸੇਜ ਕਲੀਅਰ ਕਰਨਾ ਚਾਹੁੰਦੇ ਸੀ ਕਿ ਫਾਲਤੂ ਦੇ ਰੀਤੀ ਰਿਵਾਜ ਅਡੰਬਰਾਂ ਚ ਕੁਝ ਨਹੀਂ ਹੈ। ਭਗਤੀ ਜਿਹੜੀ ਹੋਣੀ ਚਾਹੀਦੀ ਹੈ ਸੱਚੀ ਮਨ ਤੋਂ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਗੋਡ ਜਿਹੜਾ ਹੈਗਾ ਸਾਰੇ ਕਿਤੇ ਪ੍ਰੈਜ਼ੈਂਟ ਹੈ। ਇਸ ਉਦਾਸੀਆਂ ਨੂੰ ਕਰਨ ਦਾ ਆਪਣਾ ਇੱਕ ਪਰਪਸ ਹੈ, ਕਿਉਂਕਿ ਜਦੋਂ ਆਪਾਂ ਟੀਚਿੰਗਸ ਪੜਾਂਗੇ ਤਾਂ ਤੁਹਾਨੂੰ ਹਰੇਕ ਚੀਜ਼ ਯਾਦ ਹੋਣੀ ਚਾਹੀਦੀ ਹੈ। ਕੁਛ ਆਪਾਂ ਇਹ ਮੰਨਦੇ ਹਾਂ ਕਿ ਇੱਕ ਵਾਰ ਪੜ੍ਹ ਲਓ, ਠੀਕ ਹੈ, ਲਿਖਤਾ ਆਪਾਂ ਐਗਜ਼ਾਮ ਦੇ ਵਿੱਚ ਆਪਣੇ ਆਪ ਆਵਾਂਗੇ, ਐਵੇਂ ਨਹੀਂ ਹੁੰਦਾ। ਪੁਆਇੰਟਸ ਜਿਹੜੇ ਹੈਗੇ ਤੁਹਾਡੇ ਓਨ ਟਿਪਸ ਹੋਣੇ ਚਾਹੀਦੇ ਹੈ। ਚੀਜ਼ਾਂ ਨੂੰ ਪੜ੍ਹਨ ਤੋਂ ਬਾਅਦ ਕਲੀਅਰ ਕਰਨ ਤੋਂ ਬਾਅਦ ਇੱਕ ਸ਼ਾਰਟ ਨੋਟ ਤੁਹਾਡੇ ਕੋਲੇ ਤਿਆਰ ਹੋਣਾ ਚਾਹੀਦਾ ਸੋ ਦੈਟ ਕਿ ਤੁਸੀਂ ਐਗਜ਼ਾਮ ਦੇ ਟਾਈਮ 'ਚ ਰਿਵੀਜ਼ਨ ਵੀ ਕਰ ਸਕੋ। ਇਸ ਤੋਂ ਇਲਾਵਾ ਉਹਨਾਂ ਨੇ ਬਗਦਾਦ ਵਗੈਰਾ ਏਰੀਆ ਦੇ ਵਿੱਚ ਵਿਜ਼ਿਟ ਕੀਤਾ। ਸ਼ੇਖ ਬਹਿਲੋਲ ਜਿਹੜੇ ਹੈਗੇ ਉਹਨਾਂ ਦੇ ਚੇਲੇ ਬਣੇ ਇੱਥੇ ਤੇ ਉਹਨਾਂ ਨੇ ਇੱਕ ਚੋਲਾ ਜਿਹੜਾ ਹੈਗਾ ਗੁਰੂ ਨਾਨਕ ਜੀ ਨੂੰ ਦਿੱਤਾ ਸੀਗਾ ਜਿਹਦੇ ਉੱਤੇ ਲਿਖਿਆ ਹੋਇਆ ਸੀਗਾ ਡੇਰਾ ਬਾਬਾ ਨਾਨਕ। ਅੱਜ ਕੱਲ ਵੀ ਉਹ ਚੋਲਾ ਜਿਹੜਾ ਹੈਗਾ ਜੀ ਉਹ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ। ਇਸ ਤੋਂ ਇਲਾਵਾ ਪੇਸ਼ਾਵਰ ਵੀ ਵਿਜ਼ਿਟ ਕੀਤਾ ਉਹਨਾਂ ਨੇ। ਪੇਸ਼ਾਵਰ ਜਿਹੜਾ ਹੈਗਾ ਜੀ ਉਹਨਾਂ ਨੇ ਖੈਬਰ ਦਰਾ ਪਾਸ ਕਰਕੇ ਪੇਸ਼ਾਵਰ ਨੂੰ ਵਿਜ਼ਿਟ ਕੀਤਾ ਸੀਗਾ। ਐਂਡ ਦੇ ਵਿੱਚ ਟੀਚਿੰਗਸ ਨੂੰ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਦੇਖ ਲੈਣਾ ਜੀ ਸੈਟਲਮੈਂਟ ਜਿਹੜੀ ਹੈਗੀ ਉਹਨਾਂ ਦੀ ਕਰਤਾਰਪੁਰ ਟਾਊਨ ਦੇ ਵਿੱਚ ਹੋਈ। ਇਹਨਾਂ ਨੇ ਖੁਦ ਹੀ ਵਸਾਇਆ ਸੀਗਾ ਜੀ, ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ। ਜੋਤੀ ਜੋਤੋ ਸਤੰਬਰ 1539 ਦੇ ਵਿੱਚ ਸਮਾਈ ਸੀਗੀ। ਸਿਟੀ ਜਿਹੜੀ ਹੈਗੀ ਜੀ ਕਰਤਾਰਪੁਰ ਉਹਨਾਂ ਨੇ 1521 ਚ ਵਸਾਈ ਸੀਗੀ, ਕਿਹੜੀ ਰਿਵਰ ਦੇ ਨੇੜੇ, ਰਾਵੀ ਨਦੀ ਦੇ ਕੰਢੇ ਦੇ ਉੱਤੇ, ਠੀਕ ਹੈ। ਇਸ ਸ਼ਹਿਰ ਨੂੰ ਵਸਾਉਣ ਦੇ ਲਈ ਜਿਹੜੀ ਜ਼ਮੀਨ ਦਿੱਤੀ ਸੀ ਉਹ ਕਰੋੜੀਮਲ ਖੱਤਰੀ ਨੇ ਦਿੱਤੀ ਸੀਗੀ। ਗੁਰੂ ਸਾਹਿਬਾਨ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਲਾਸਟ 18 ਸਾਲ ਨੇ ਇਸ ਜਗ੍ਹਾ ਦੇ ਉੱਤੇ ਹੀ ਬਤੀਤ ਕੀਤੇ ਹੈ ਤੇ ਉਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਰਚਨਾਵਾਂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਫੇਮਸ ਜਿਹੜੀਆਂ ਹੈਗੀਆਂ ਜੀ ਵਾਰ ਮਲਹਾਰ, ਵਾਰ ਮਾਝ, ਵਾਰ ਆਸਾ, ਜਪੂ ਜੀ ਸਾਹਿਬ, ਠੀਕ ਹੈ, 12 ਮਹਾ ਓਂਕਾਰ ਤੇ ਪੱਟੀ। ਇਹ ਉਹਨਾਂ ਦੀਆਂ ਫੇਮਸ ਰਚਨਾਵਾਂ ਨੇ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਜਦੋਂ ਆਪਾਂ PSSS ਵੀ ਐਗਜ਼ਾਮਸ ਦੀ ਪਾਰਟਿਕੂਲਰ ਇੱਕ ਸੀਰੀਜ਼ ਸਟਾਰਟ ਕਰਾਂਗੇ ਉਦੋਂ ਜਿਹੜੇ ਹੈਗੇ ਸ਼ਾਰਟ ਨੋਟ ਦੇ ਵਿੱਚ ਕਰ ਲਿਓ, ਲੇਕਿਨ ਇੱਥੇ ਐਜ ਸੱਚ ਜਿਵੇਂ ਆਪਾਂ ਕਰ ਰਹੇ ਹਾਂ ਲੌਂਗ ਦੇ ਵਿੱਚ ਸਾਰਾ ਕੁਝ ਡਿਸਕਸ ਡਿਟੇਲ ਚ ਉਵੇਂ ਹੀ ਤੁਸੀਂ ਕਰਨਾ, ਠੀਕ ਹੈ। ਸਟਾਰਟਡ ਸੰਗਤ ਤੇ ਪੰਗਤ, ਇਹ ਪ੍ਰਥਾ ਉਹਨਾਂ ਨੇ ਚਲਾਈ ਸੀਗੀ ਜੀ ਇੱਥੇ ਹੀ, ਠੀਕ ਹੈ। ਸੰਗਤ ਦਾ ਮਤਲਬ ਗੁਰੂ ਸਾਹਿਬ ਦੇ ਜਿਹੜੇ ਸਿੱਖ ਸੀਗੇ ਉਹਨਾਂ ਦਾ ਸਮੂਹ, ਜਿੱਥੇ ਬੈਠ ਕੇ ਉਹ ਚਰਚਾ ਕਰਦੇ ਹੁੰਦੇ ਸੀਗੇ ਜੀ ਰੱਬ ਦੇ ਨਾਮ ਦੇ ਉੱਤੇ ਕੀ ਸਹੀ ਹੈ ਕੀ ਗਲਤ ਹੈ। ਪੰਗਤ ਦਾ ਮਤਲਬ ਲੰਗਰ ਪ੍ਰਥਾ, ਯਾਨੀ ਕਿ ਸਾਰੇ ਲੋਕ ਚਾਹੇ ਉਹ ਵੱਡੇ ਹੈ ਛੋਟੇ ਹੈ, ਕੋਈ ਬੰਦਾ ਅਮੀਰ ਹੈ ਗਰੀਬ ਹੈ, ਉਹਨੂੰ ਇੱਕੋ ਰਸੋਈ ਦੇ ਵਿੱਚ ਬਣਿਆ ਹੋਇਆ ਜਿਹੜਾ ਭੋਜਨ ਹੈ ਉਹ ਖਾਣਾ ਪਏਗਾ।
उन्होंने एक प्रथा होर प्रचलित की सी अपना ਸਕਸੈਸਰ ਅਪਾਇੰਟ ਕਰਨਾ, ਗੁਰੂ ਗੱਦੀ ਜਿਹੜੀ ਹੈਗੀ ਹੈ ਜੀ ਉਹ ਦੇਣ ਦੀ ਪ੍ਰਥਾ, ਠੀਕ ਹੈ। ਤੇ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਸਕਸੈਸਰ ਬਣਾਇਆ, ਠੀਕ ਹੈ। ਗੁਰੂ ਅੰਗਦ ਦੇਵ ਜੀ ਉਹਨਾਂ ਦਾ ਨਾਮ ਰੱਖਿਆ ਗਿਆ, ਠੀਕ ਹੈ। ਨਾਓ ਆਈਡੀਓਲੋਜੀ ਐਂਡ ਟੀਚਿੰਗਸ ਦੀ ਗੱਲ ਕਰਾਂਗੇ, ਜਿਹੜਾ ਕਿ ਮੇਨ ਆਪਣਾ ਕੁਐਸਚਨ ਜਿਹੜਾ ਪੀਸੀਐਸ ਮੇਨਸ ਪੁਆਇੰਟ ਆਫ View ਨਾਲ ਪੁੱਛਿਆ ਜਾਂਦਾ ਹੈ। ਇੰਪੋਰਟੈਂਟ ਚੀਜ਼ਾਂ ਜਦੋਂ ਡਿਸਕਸ ਕਰੋਗੇ, ਟੀਚਿੰਗਸ ਆਈਡੀਓਲੋਜੀ ਬਾਰੇ ਲਿਖੋਗੇ ਤਾਂ ਨਾਲ ਉਦਾਸੀਆਂ ਦਾ ਇਨਸੀਡੈਂਸ ਜਿਹੜਾ ਹੈਗਾ ਉਹ ਤੁਸੀਂ ਇੱਥੇ ਕੋਟ ਕਰੋਗੇ ਕਿ ਕਿਹੜੀ ਚੀਜ਼ ਕਿੱਥੇ ਹੋਈ। ਸਾਰੀਆਂ ਚੀਜ਼ਾਂ ਬਾਰੇ ਨਹੀਂ ਪਤਾ ਤਾਂ ਜਿਹੜੀ ਚੀਜ਼ ਪਤਾ ਉਨੀ ਕੁ ਤਾਂ ਲਿਖੋਗੇ। ਗੋਡ ਇਜ਼ ਵਨ, ਪਰਮਾਤਮਾ ਇੱਕ ਹੈ, ਠੀਕ ਹੈ। ਉਹਦੇ ਵੇਰੀਅਸ ਜਿਹੜੇ ਹੈਗੇ ਆ ਫਾਰਮਸ ਦੇ ਵਿੱਚ ਪੂਜਾ ਕਰਨਾ, ਫਾਲਤੂ ਦੇ ਰੀਤੀ ਰਿਵਾਜਾਂ 'ਚ ਪੈਣਾ, ਉਹਦਾ ਕੋਈ ਮਤਲਬ ਨਹੀਂ ਹੈ, ਠੀਕ ਹੈ। ਗੋਡ ਜਿਹੜਾ ਹੈਗਾ ਜੀ ਉਹ ਫਾਰਮਲੈਸ ਹੈ, ਠੀਕ ਹੈ। ਮਤਲਬ ਕਿ ਉਹ ਨਿਰਗੁਣ ਜਿਹੜੀ ਭਗਤੀ ਸੰਸਦੇ ਆ ਉਹਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ ਹੈ, ਠੀਕ ਹੈ। ਓਮਨੀਪੋਟੈਂਟ, ਸਾਰੇ ਕਿਤੇ ਪ੍ਰੈਜ਼ੈਂਟ ਹੈ। ਇੱਥੇ ਮੱਕਾ ਵਾਲੀ ਉਦਾਹਰਣ ਤੁਸੀਂ ਦੇ ਸਕਦੇ ਹੋ ਜੀ, ਠੀਕ ਹੈ। ਓਮਨੀ ਪ੍ਰੈਜ਼ੈਂਟ ਜਿਹੜਾ ਹੈਗਾ ਸਾਰੇ ਕਿਤੇ ਹੀ ਹੈ, ਠੀਕ ਹੈ। ਡਿਵਾਈਨ ਆਰਡਰ, ਠੀਕ ਹੈ, ਮਤਲਬ ਕਿ ਜਿਹੜਾ ਰੱਬ ਦਾ ਨਾਮ ਹੈ ਉਹ ਹੀ ਸੱਚ ਹੈ, ਠੀਕ ਹੈ। ਉਸ ਦੇ ਨਾਮ ਨੂੰ ਹੀ ਮੰਨਣਾ ਚਾਹੀਦਾ ਹੈ। ਵਰਸ਼ਿਪ ਆਫ ਨੇਮ, ਸ਼ਬਦ, ਜਿਹੜਾ ਰੱਬ ਦਾ ਨਾਮ ਹੈਗਾ ਉਸ ਨੂੰ ਉਹ ਸ਼ਬਦ ਕਹਿ ਕੇ ਬੋਲਦੇ ਸੀਗੇ ਜੀ, ਠੀਕ ਹੈ, ਕਿ ਸ਼ਬਦ ਉਚਾਰਨ ਕਰਨਾ ਚਾਹੀਦਾ ਆਪਾਂ ਨੂੰ। ਨਾਓ ਰੱਬ ਦੀ ਪ੍ਰਾਪਤੀ ਲਈ ਗੁਰੂ ਦੀ ਜ਼ਰੂਰਤ ਹੈ, ਠੀਕ ਹੈ। ਗੁਰੂ ਤੋਂ ਬਿਨਾਂ ਤੁਸੀਂ ਜੋ ਦੈਵੀ ਗਿਆਨ ਹੈਗਾ ਜੋ ਗੁਰੂ ਨੂੰ ਹੁੰਦਾ ਹੈ ਉਹ ਵੀ ਤੁਹਾਨੂੰ ਟ੍ਰਾਂਸਫਰ ਕਰ ਸਕਦਾ ਅੱਗੇ। ਤੁਸੀਂ ਐਕਚੁਅਲ ਸੱਚਾਈ ਜਿਹੜੀ ਹੈਗੀ ਰੱਬ ਦੀ ਗੁਰੂ ਤੋਂ ਬਿਨਾਂ ਨਹੀਂ ਸਮਝ ਸਕਦੇ। ਅਸੈਕਟਿਸਿਜ਼ਮ 'ਚ ਬਿਲੀਵ ਨਹੀਂ ਕਰਦੇ ਸੀ ਜੀ, ਘਰ-ਬਾਰ ਤਿਆਗ ਕੇ ਤੁਸੀਂ ਜੰਗਲਾਂ 'ਚ ਰਹਿਣ ਲੱਗ ਜਾਓ, ਪਹਾੜੀਆਂ 'ਚ ਰਹਿਣ ਲੱਗ ਜਾਓ, ਨਹੀਂ ਰਹਿ ਸਕਦੇ, ਠੀਕ ਹੈ। ਗੋਰਖ ਮੱਤਾ ਦੀ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ। ਬਿਲੀਵ ਇਨ ਟ੍ਰਾਂਸਮਾਈਗ੍ਰੇਸ਼ਨ, ਟ੍ਰਾਂਸਮਾਈਗ੍ਰੇਸ਼ਨ 'ਚ ਬਿਲੀਵ ਕਰਦੇ ਸੀਗੇ। ਜਨਮ ਮਰਨ ਦੇ ਜਿਹੜੇ ਚੱਕਰ ਹੈਗੇ ਉਹਨਾਂ 'ਚ ਬਿਲੀਵ ਕਰਦੇ ਸੀਗੇ। ਕਰਮ ਥਿਊਰੀ ਤੇ ਬਿਲੀਵ ਕਰਦੇ ਸੀਗੇ ਕਿ ਜਿਸ ਤਰ੍ਹਾਂ ਦਾ ਤੁਹਾਡਾ ਕਰਮ ਹੋਏਗਾ ਉਸ ਤਰ੍ਹਾਂ ਦਾ ਤੁਹਾਨੂੰ ਕੀ ਮਿਲੇਗਾ, ਫਲ ਮਿਲੇਗਾ। ਯੂਨੀਵਰਸਲ ਬ੍ਰਦਰਹੁੱਡ, ਠੀਕ ਹੈ, ਭਾਈਚਾਰਾ। ਕਾਸਟ ਸਿਸਟਮ ਨੂੰ ਉਹਨਾਂ ਨੇ ਰਿਜੈਕਟ ਕੀਤਾ ਜੀ। ਆਰਥੋਡਾਕਸ ਰਿਚੁਅਲਸ ਜਿਹੜੇ ਹੈਗੇ ਸੀ, ਜਿਵੇਂ ਮੰਨ ਲਓ ਸੂਰਜ ਗ੍ਰਹਿਣ ਦੇ ਉੱਤੇ ਇਸ਼ਨਾਨ ਦੀ ਪ੍ਰਥਾ ਲਗਾ ਲਓ, ਜਾਂ ਫਿਰ ਤੁਸੀਂ ਆਪਣਾ ਗੱਲ ਕਰਦੇ ਹੋ ਕਿ ਸੂਰਜ ਨੂੰ ਪਾਣੀ ਦੇਣ ਦੀ ਜਿਹੜੀ ਪ੍ਰਥਾ ਸੀਗੀ ਉਹਨਾਂ ਨੇ ਵਿਰੋਧ ਕੀਤਾ। ਲੇਕਿਨ ਗੁਰੂ ਸਾਹਿਬ ਦੀਆਂ ਜਿਹੜੀਆਂ ਟੀਚਿੰਗਸ ਨੇ ਆਪਾਂ ਪੜ੍ਹ ਲੈਂਦੇ ਹਾਂ, ਸ਼ਾਇਦ ਅਪਣਾਉਂਦੇ ਨਹੀਂ ਹੈ। ਅੱਜ ਵੀ ਜੇ ਤੁਸੀਂ ਗੱਲ ਕਰੋ ਕਿ ਮੰਨ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਹੋਏ ਹੈ, ਤੁਸੀਂ ਜਾ ਕੇ ਉਧਰ ਪੈਰ ਕਰਕੇ ਬਹਿ ਜਾਓ ਤਾਂ ਅਲਾਉਡ ਨਹੀਂ ਹੈ, ਤਾਂ ਆਈ ਥਿੰਕ ਤੁਹਾਨੂੰ ਵੀ ਅੱਜ, ਠੀਕ ਹੈ। ਜਦ ਕਿ ਗੁਰੂ ਸਾਹਿਬ ਨੇ ਮੱਕਾ ਦੇ ਵਿੱਚ ਸੇਮ ਐਗਜ਼ਾਮਪਲ ਦਿੱਤੀ ਸੀਗੀ। ਤਾਂ ਕਾਫੀ ਸਾਰੀਆਂ ਚੀਜ਼ਾਂ ਨੇ, ਇਕੱਲਾ ਪੜ੍ਹਨਾ ਹੀ ਨਹੀਂ, ਉਹਨਾਂ ਦੇ ਟੀਚਿੰਗਸ ਨੂੰ ਅਪਣਾਉਣਾ ਇੰਪੋਰਟੈਂਟ ਹੈ। ਤੇ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀਗੇ, ਉਹ ਮਹਾਨ ਸੰਤ ਸੀਗੇ। ਹਿੰਦੂਆਂ ਦੇ ਵੀ ਗੁਰੂ ਹੈ, ਠੀਕ ਹੈ, ਮੁਸਲਮਾਨਾਂ ਦੇ ਵੀ ਗੁਰੂ ਹੈ, ਉਹ ਸਾਰਿਆਂ ਦੇ ਗੁਰੂ ਹੈ, ਠੀਕ ਹੈ। ਜਿਹੜਾ ਉਹਨਾਂ ਨੂੰ ਮੰਨਦਾ ਉਹਨਾਂ ਦੀ ਟੀਚਿੰਗਸ ਨੂੰ ਮੰਨਦਾ। ਰਾਈਟ ਕੰਡਕਟ, ਵੂਮਨ ਅਪਲਿਫਟਮੈਂਟ, अच्छा कंडक्ट रखो, ठीक है। नेक कमाई एग्जाम्पल दे सकते हो जी, मलिक भागो वाली। अपलिफ्टमेंट ऑफ वूमेन उन्होंने क्या सीगा, सो क्यों मंदा आखी जित जमे राजान, जेडे कुख चों बड़े बड़े राजे पैदा होंगे तुसीं उहनूं कुख च मारी जांदे हो, उहनूं बुरा भला कहंदे हो, ठीक है। सचखंड मतलब कि एक अवस्था है जिथे जिहड़ा मनुख है जन्म मरण के चक्करां चों निकल के ईश्वर दे नाल की कर जांदा, मिल जांदा है। इस कंसैप्ट नूं भी उन्होंने दिता सी। ट्रू पैट्रियोटिक सीगे जी, देश की सेवा करना ਉਹ ਸਮਝਦੇ ਸੀਗੇ ਕਿ ਧਰਮ ਦਾ ਹੀ ਪਾਰਟ ਹੈ, ਠੀਕ ਹੈ। ਇਸੇ ਕਰਕੇ ਉਹਨਾਂ ਨੇ ਬਾਬਰ ਜਿਹੜਾ ਹੈਗਾ ਸੀ ਉਹਨੂੰ ਜਾਬਰ ਕਹਿ ਕੇ ਨਿੰਦਾ ਕੀਤੀ, ਉਹਦਾ ਜਿਹੜਾ ਰੂਲ ਸੀਗਾ ਉਹਨੂੰ ਨਿੰਦਿਆ। ਉਹ ਬਾਦਸ਼ਾਹ ਦੇ ਖਿਲਾਫ ਨਹੀਂ ਸੀ, ਬਾਦਸ਼ਾਹ ਤਾਂ ਕਹਿੰਦੇ ਹੋਣਾ ਚਾਹੀਦਾ ਕਿਉਂਕਿ ਇੱਕ ਸਿਸਟਮ ਨੂੰ ਚਲਾਉਣ ਲਈ ਇੱਕ ਪਾਵਰ ਤਾਂ ਹੋਣੀ ਚਾਹੀਦੀ ਹੈ, ਠੀਕ ਹੈ। ਲੇਕਿਨ ਉਹਦਾ ਰੂਲ ਜਿਹੜਾ ਹੈਗਾ ਲੋਕਾਂ ਦੇ ਹੱਕ ਲਈ ਹੋਣਾ ਚਾਹੀਦਾ ਹੈ। ਲੋਧੀ ਜਿਹੜੇ ਹੈਗੇ ਸੀ ਉਹ ਆਪਣੀ ਪਾਵਰਸ ਨੂੰ ਦੇਖ ਕੇ ਬਾਬਰ ਦੇ ਅੱਗੇ ਕਮਜ਼ੋਰ ਹੋ ਗਏ ਸੀ, ਤਾਂ ਉਹਨਾਂ ਨੇ ਉਹਨਾਂ ਨੂੰ ਨਿੰਦਿਆ ਸੀਗਾ ਕਿ ਤੁਹਾਡਾ ਜਿਹੜਾ ਰੂਲ ਹੈਗਾ ਤੁਸੀਂ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਹੋ। ਇੱਕ ਵੱਡਾ ਸਾਹਸੀ ਕਦਮ ਸੀ ਜਿਹੜਾ ਉਸ ਸਮੇਂ ਵਿੱਚ ਚੁੱਕਿਆ ਗਿਆ ਸੀ। ਟੀਚਿੰਗ ਦੇ ਵਿੱਚ ਇਗੈਲੀਟੇਰੀਅਨ ਸੁਸਾਇਟੀ, ਕਿਸ ਦੇ ਥਰੂ, ਸੰਗਤ ਤੇ ਪੰਗਤ, ਲੰਗਰ ਪ੍ਰਥਾ ਦੇ ਥਰੂ, ਪੰਗਤ ਕਹਿ ਸਕਦੇ ਹੋ, ਠੀਕ ਹੈ। ਟੀਚਿੰਗ ਜਦੋਂ ਦੱਸੋਗੇ, ਜੋ ਚੀਜ਼ ਤੁਸੀਂ ਮੈਸੇਜ ਕਲੀਅਰ ਕਰਨਾ ਚਾਹ ਰਹੇ ਹੋ ਉਹਦੇ ਨਾਲ ਐਗਜ਼ਾਮਪਲ ਜ਼ਰੂਰ ਦੋਗੇ, ਇਸ ਤੋਂ ਬਿਨਾਂ ਤੁਹਾਡੇ ਮਾਰਕਸ ਨਹੀਂ ਆਉਣਗੇ। ਸੋਸ਼ਲ ਹਾਰਮਨੀ ਦੀ ਗੱਲ ਕੀਤੀ, ਏਕਮ ਓੰਕਾਰ ਕਰਕੇ, ਠੀਕ ਹੈ, ਸਾਰੇ ਇੱਕ ਹੈ, ਠੀਕ ਹੈ। ਰੱਬ ਦੀ ਨਜ਼ਰਾਂ ਦੇ ਵਿੱਚ ਵੀ ਸਾਰੇ ਇੱਕ ਹੈ। ਕਿਰਤ ਕਰੋ, ਨਾਮ ਜਪੋ, ਵੰਡ ਖਾਓ, ਮਿਹਨਤ ਕਰੋ, ਨਾਮ ਜਪੋ, ਠੀਕ ਹੈ। ਉਸ ਤੋਂ ਇਲਾਵਾ ਦਸ਼ਵੰਧ ਵਗੈਰਾ ਕੱਢੋ, ਠੀਕ ਹੈ, ਤੇ ਵੰਡ ਕੇ ਖਾਓ। ਹਉਮੈ ਮਤਲਬ ਕਿ ਆਕੜ ਨਹੀਂ ਹੋਣੀ ਚਾਹੀਦੀ, ਬੜਾ ਹਲੀਮੀ ਵਾਲਾ ਜੀਵਨ ਹੋਣਾ ਚਾਹੀਦਾ ਤੁਹਾਡਾ। ਜੈਂਡਰ ਇਕੁਐਲਿਟੀ ਨੂੰ ਲੈ ਕੇ ਉਹਨਾਂ ਨੇ ਗੱਲਾਂ ਕੀਤੀਆਂ, ਠੀਕ ਹੈ। ਟੀਚਿੰਗ ਦੇ ਵਿੱਚ ਤੁਸੀਂ ਇਹ ਲਿਖੋਗੇ। ਨਾਓ ਕੁਝ ਲੋਕ ਹੁੰਦੇ ਆ ਕਿ ਉਹਨਾਂ ਨੂੰ ਆਦਤ ਹੁੰਦੀ ਹੈ ਵੀ ਮਤਲਬ ਕਿ ਇੱਥੇ ਟੀਚਿੰਗ ਜਿਹੜੀਆਂ ਹੈਗੀਆਂ ਜੀ 5 ਦੀ ਜਗ੍ਹਾ ਤੇ 15 ਲਿਖ ਲਓ, ਕੋਈ ਇਸ਼ੂ ਨਹੀਂ ਹੈ। ਨੋਟਸ ਦੇ ਵਿੱਚ ਲਿਖੇ ਰਹਿ ਜਾਣਗੇ, ਐਗਜ਼ਾਮ ਦੇ ਵਿੱਚ ਤੁਹਾਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦਾ ਟਾਈਮ ਨਹੀਂ ਮਿਲੇਗਾ। ਬਿਕੋਜ਼ ਮੈਂ ਮੇਨਸ ਦਿੱਤਾ ਹੋਇਆ, ਮੈਨੂੰ ਪਤਾ ਹੈ ਉੱਥੇ ਟਾਈਮ ਦੀ ਸ਼ਾਰਟੇਜ ਬਹੁਤ ਜ਼ਿਆਦਾ ਹੁੰਦੀ ਹੈ।
ਕ੍ਰਿਸਪ ਥਿੰਗਸ ਕਲੀਅਰ ਤੁਹਾਡੇ ਟਿਪਸ ਤੇ ਆਉਣੀਆਂ ਚਾਹੀਦੀਆਂ ਨੇ 5 ਜਾਂ 6 ਥਿੰਗਸ। ਵੈਸੇ ਵੀ ਤੁਹਾਨੂੰ 10 ਮਾਰਕਸ ਨੂੰ ਕੁਐਸਚਨ ਨੂੰ ਅਟੈਂਪਟ ਕਰਨ ਲਈ ਸਿਰਫ ਇੱਕ ਸਿੰਗਲ ਪੇਜ ਮਿਲਣਾ ਹੈ ਜੀ। ਆਈ ਥਿੰਕ ਮੈਂ ਪਹਿਲਾਂ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ, ਸਿੰਗਲ ਪੇਜ ਇਸ ਤਰ੍ਹਾਂ ਦਾ ਹੌਰੀਜ਼ੌਂਟਲ ਹੁੰਦਾ, ਵਰਟੀਕਲ ਨਹੀਂ ਹੁੰਦਾ, ਲਾਈਨਸ ਲੱਗੀਆਂ ਹੁੰਦੀਆਂ ਨੇ ਜੀ, ਠੀਕ ਹੈ। ਇਸ ਸਿੰਗਲ ਪੇਜ ਦੇ ਉੱਤੇ ਤੁਸੀਂ 10 ਮਾਰਕਸ ਦੇ ਵਿੱਚ ਬਿਊਟੀਫੁਲੀ ਆਨਸਰ ਨੂੰ ਕੀ ਕਰਨਾ ਹੁੰਦਾ ਜੀ, ਰਾਈਟ ਡਾਊਨ ਕਰਨਾ ਹੁੰਦਾ। ਤਾਂ ਜ਼ਿਆਦਾ ਪੁਆਇੰਟਸ ਲਿਖਣ ਦੀ ਕੋਸ਼ਿਸ਼ ਨਾ ਕਰਿਓ, जिन्ने पॉइंट्स हैं जो चीज़ लिखना है उन्होंने विद एग्जाम्पल कोट करने की कोशिश करनी है कि एग्जामिनर को एक मैसेज क्लीयर हो जाए कि इन्हें बस उपरों उपरों चीज़ां ने याद कीतियां हुई। अगर इगैलिटेरियन सोसाइटी की गल करते हैं तो किस चीज़ के थ्रू की है इगैलिटेरियन सोसाइटी, उन्होंने संगत ते लंगर प्रथा बनाई, शो करता सी इगैलिटेरियन सोसाइटी उन्होंने सोच नूं, ठीक है। सो अगर तुहानूं वीडियो पसंद आई हुई तो प्लीज़ लाइक शेयर ते सबसक्राइब कर लियो चैनल नूं। तो प्लीज़ आंसर जोड़े है फस्ट स्लाइड के उन्होंने राइट करो, मैं लिंक जोड़ा है टैलीग्राम ग्रुप का वीडियो के डिस्क्रिप्शन च दे दाँगा, तो आंसर राइट करके भेज सकते हो तो अच्छा लगूगा मैनू भी, ठीक है। तो हो सकता है तुम बेस्ट तरीके रिप्रजेंट करोगे तो मैनू भी कुछ सीखने को मिल जू, ठीक है। ओके, थैंक यू वॉचिंग द वीडियो।